सो स्वागत है जी एक बार फिर आप सब का अज के इस रिलीजियस सैगमेंट में। अज के इस प्रोग्राम में मेरा साथ देंगे ज्ञानी स्वरण सिंह जी, जोड़े कि पंथ के प्रसिद्ध कीर्तनी और कथावाचक ने। दुनिया भर में जाके सिक्खी का प्रचार कर रहे हैं तो खास तौर पर फोकस करते हैं बच्चों के उत्ते। बच्चों के कैंप्स भी लाते हैं तो उस तो इलावा पंजाब में भी इन्होंने लाइब्रेरी भी खोली है तो उस तो इलावा कैंप्स भी जाके उत्थे ला के बच्चों को प्रेरते हैं कि सिक्खी का सही सिद्धांत की है। अज का मुद्दा जिसके बारे असीं गलबात करन जा रहे हैं कि सब सिखन को हुक्म है गुरु मानियो ग्रंथ। हर एक सिख जो है गुरु ग्रंथ साहिब जी को मत्था टेकता है। 300 तो वध साल हो गए असी गुरु ग्रंथ साहब को अपना गुरु मन के अगे चल रहे हैं। अज तक असी की खटिया है कि असी समझ सकें कि गुरु साहब का सिद्धांत की है तो की सानू खटना चाहिए है। आओ असी विषय के उत्ते अज गलबात करते हैं तो जानकारी लेने ज्ञानी स्वरण सिंह जी तो। जैन जी, वाहिगुरू जी का खालसा वाहिगुरू जी की फतेह। सो ज्ञानी जी, गुरु ग्रंथ साहिब जी साडे गुरु हैं तो गुरु वो होंदा जिहड़ा सानू मार्गदर्शक साडा होंदा है, सानू हनेरे चों चानण करदा है। ये गल्लां तो सानू पता ने। तुहाडा बड़ा लंबा एक्सपीरियंस है जी, तुसी जो प्रचार कर रहे हो, जो देख रहे हो सिखां दे की हालात ने। की खटिया असी गुरु ग्रंथ साहब नूं गुरु कह के असी की खटिया है कि वाकई च असी जो गुरु साहब चाहते सी वो समझ सके हैं या सिर्फ ये लिप सर्विस ही हो रही है? मैं सारे प्यारे ਜਿਹੜੇ ਸਾਡੇ ਦਰਸ਼ਕ ਨੇ ਜੀ ਉਹਨਾਂ ਨੂੰ ਇੱਕ ਬੇਨਤੀ ਕਰਾਂਗਾ ਕਿ ਵੈਸੇ ਤਾਂ 4 ਸਾਲ ਤੋਂ ਵੀ ਉੱਪਰ ਹੋ ਗਿਆ ਗੁਰਬਾਣੀ ਨੂੰ ਇਸ ਸੰਸਾਰ ਵਿੱਚ ਸਮਝੋ ਸੰਸਾਰ ਵਿੱਚ ਆਇਆ ਨੂੰ। ਤੇ ਗੁਰਬਾਣੀ ਇੱਕ ਐਸਾ ਸੂਰਜ ਨਿਕਲਿਆ ਸੀ ਜਿਸ ਨੇ ਜਿੱਥੇ ਜਿੱਥੇ ਵੀ ਕੋਈ ਹਨੇਰ ਸੀ ਉਸ ਵਿੱਚ ਚਾਨਣ ਕਰਨਾ ਸੀ, ਪਰ ਕੀਤਾ ਵੀ ਉਸ ਵਕਤ। ਤੇ ਬੜੀ ਮਿਹਨਤ ਤੇ ਮਸ਼ੱਕਤ ਦੇ ਨਾਲ ਕੁਰਬਾਨੀਆਂ ਦੇ ਨਾਲ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੋਕਾਂ ਦੇ ਵਿੱਚ ਐਜ਼ ਏ ਗੁਰੂ ਇੱਕ ਪ੍ਰਚਲਿਤ ਕੀਤਾ। ਔਰ ਫਿਰ ਸਤਿਗੁਰੂ ਸਾਹਿਬਾਨ ਨੇ ਇਸ ਸਿਧਾਂਤ ਦੀ ਖਾਤਰ ਕੁਰਬਾਨੀ ਵੀ ਦਿੱਤੀ ਹੈ। ਠੀਕ। ਔਰ ਇਸ ਕੁਰਬਾਨੀ ਦੇ ਸਦਕੇ ਸਿੱਖਾਂ ਦੇ ਅੰਦਰ ਇੱਕ ਐਸੀ ਜਾਗਰਤੀ ਉਸ ਵਕਤ 400 ਸਾਲ ਪਹਿਲਾਂ ਆਈ ਜਿਹੜੀ ਕਿ ਬੜੀ ਰਿਸਕੀ ਸੀ। ਠੀਕ। ਕਿਉਂਕਿ ਜਿਸ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਆਈਡੀਓਲੋਜੀ ਨੂੰ ਫੋਲੋ ਕਰਨਾ ਸੀ ਉਹਨਾਂ ਨੂੰ ਜਾਨ ਹਥੇਲੀ ਤੇ ਰੱਖਣੀ ਪੈਣੀ ਸੀ। ਠੀਕ। ਕਿਉਂਕਿ ਦੋਨੇ ਪਾਸੇ ਦੁਸ਼ਮਣ ਸੀ, ਬ੍ਰਾਹਮਣਵਾਦ ਵੀ ਦੁਸ਼ਮਣ ਸੀ, ਮੁਗਲ ਵੀ ਉਸ ਵੇਲੇ ਦੁਸ਼ਮਣ ਸੀ। ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਕਿ ਜਿਨ੍ਹਾਂ ਲੋਕਾਂ ਦੇ ਦਿਮਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਆ ਗਈ ਉਹ ਸੰਸਾਰ ਪੱਧਰ ਉੱਤੇ ਇੱਕ ਦਿਨ ਜ਼ਰੂਰ ਲੋਕਾਂ ਤੇ ਰਾਜ ਕਰ ਲੈਣਗੇ। ਠੀਕ। ਕਿਉਂਕਿ ਇਹ ਵਿਚਾਰਧਾਰਾ ਜਿਹੜੀ ਸੀ ਨਾ ਇਹ ਮਨੁੱਖਤਾ ਦੇ ਪਿਆਰ ਦੀ ਔਰ ਮਨੁੱਖਤਾ ਦੀ ਆਜ਼ਾਦੀ ਦੀ ਵਿਚਾਰਧਾਰਾ ਸੀ ਜੀ। ਔਰ ਪ੍ਰੈਕਟੀਕਲੀ ਤੌਰ ਉੱਤੇ ਵੀ ਗੁਰੂ ਸਾਹਿਬਾਨ ਨੇ ਇਸ ਨੂੰ ਲਾਗੂ ਵੀ ਕਰਕੇ ਦਿਖਾਤਾ। ਠੀਕ। ਜਿਹਦੇ ਇਹਦਾ ਮਤਲਬ ਕਿ ਇਹ ਇੰਨੀ ਸ਼ਕਤੀਸ਼ਾਲੀ ਇਹ ਵਿਚਾਰਧਾਰਾ ਸੀ ਅੱਜ ਤੱਕ ਵੀ ਕਰਪਟ ਲੋਕਾਂ ਨੂੰ ਚੁੱਭਦੀ ਹੈ। ਠੀਕ। ਔਰ ਹੁਣ ਤੱਕ ਚੁੱਭੀ ਜਾਂਦੀ ਹੈ। ਔਰ ਕੋਸ਼ਿਸ਼ ਕਰ ਰਹੇ ਨੇ ਕਿ ਇਸ ਵਿਚਾਰਧਾਰਾ ਨੂੰ ਕਿਸੇ ਢੰਗ ਦੇ ਨਾਲ ਮੁਗਲਾਂ ਨੇ ਜਿੱਦਾਂ ਟਰਾਈ ਕੀਤਾ ਬੰਦ ਕਰ ਲਓ ਉਸੇ ਤਰੀਕੇ ਨਾਲ ਅੱਜ ਬ੍ਰਾਹਮਣਵਾਦ ਵੀ ਜਿਹੜਾ ਹੈਗਾ, ਬ੍ਰਾਹਮਣਵਾਦ ਦੀ ਮੈਂ ਗੱਲ ਕਰਦਾ, ਬ੍ਰਾਹਮਣ ਦੀ ਗੱਲ ਨਹੀਂ ਮੈਂ ਕਰਦਾ। ਠੀਕ। ਉਹਨਾਂ ਦੀ ਜਿਹੜੀ ਸੋਚ ਹੈਗੀ ਆ ਜਿਹੜੀ ਕਿ ਮਨੂ ਸਿਮਰਤੀ ਤੇ ਬੇਸ ਕਰਦੀ ਆ, ਜਾਤ ਪਾਤ ਤੇ ਬੇਸ ਕਰਦੀ ਆ, ਵਿਤਕਰੇ ਤੇ ਬੇਸ ਕਰਦੀ ਆ, ਲੁੱਟ ਖਸੁੱਟ ਤੇ ਬੇਸ ਕਰਦੀ ਆ, ਉਹ ਹਾਲੇ ਤੱਕ ਵੀ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਉਹਨਾਂ ਨੇ ਐਕਸੈਪਟ ਨਹੀਂ ਕੀਤਾ। ਠੀਕ ਹੈ। ਹਾਲਾਂਕਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਯੂਨਾਈਟਿਡ ਨੇਸ਼ਨ ਵਿੱਚ ਐਕਸੈਪਟ ਹੋ ਗਿਆ ਹੈ ਔਰ ਉਸ ਵਿਚਾਰਧਾਰਾ ਦੇ ਬੇਸ ਦੇ ਉੱਤੇ ਅੱਜ ਦੁਨੀਆ ਦੇ ਉੱਤੇ ਬਹੁਤੇ ਜਿਹੜੇ ਡੈਮੋਕ੍ਰੈਟਿਕ ਕੰਟਰੀ ਆ ਉਹਨਾਂ ਦੇ ਜਿਹੜੇ ਬਾਈ ਲਾਸ ਹੈਗੇ ਆ ਜਾਂ ਵਿਧਾਨ ਹੈਗਾ ਕਨਸਟੀਟਿਊਸ਼ਨ ਇਸੇ ਬੇਸ ਤੇ ਆ। ਠੀਕ ਹੈ। ਜੇ ਅਸੀਂ ਚੰਗੀ ਤਰ੍ਹਾਂ ਉਹਨੂੰ ਡੀਪਲੀ ਦੇਖੀਏ ਜੀ ਤੇ ਹੁਣ ਰਿਹਾ ਕਿ ਜਿਸ ਕੌਮ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨ ਲਿਆ ਔਰ ਗੁਰੂ ਮੰਨ ਕੇ ਇਸ ਦੇ ਮੂਹਰੇ ਮੱਥੇ ਵੀ ਟੇਕੇ ਔਰ ਇਸ ਦੇ ਨਾਲ ਕਿਤਨੇ ਗੁਰਦੁਆਰੇ ਵੀ ਬਣੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਰਾਜਮਾਨ ਵੀ ਕੀਤਾ ਔਰ ਹਜ਼ਾਰਾਂ ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੀਆਂ ਜੀ। ਔਰ ਇਉਂ ਜਾਪਦਾ ਕਿ ਲੋਕਾਂ ਦਾ ਦਿਲ ਤੇ ਜਾਨ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ। ਪਰ ਜਦੋਂ ਅਸੀਂ ਕਿਸੇ ਵੀ ਵਿਅਕਤੀ ਨੂੰ ਪੁੱਛਦੇ ਹਾਂ ਕਿ ਦੱਸੋ ਤੁਸੀਂ ਇੰਨਾ ਚਿਰ ਹੋ ਗਿਆ ਮੱਥਾ ਟੇਕਦਿਆਂ ਨੂੰ, ਤੁਹਾਨੂੰ ਕੋਈ ਪਤਾ ਲੱਗਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ ਹੈ, ਕੀ ਸੰਦੇਸ਼ ਹੈਗਾ? ਤੇ ਉਹ ਫਿਰ ਨਾ ਤੁਹਾਡੇ ਵੱਲ ਇਉਂ ਦੇਖਦੇ ਆ ਜਿਸ ਤਰ੍ਹਾਂ ਅਜਨਬੀ ਜਿਹੇ ਹੋ ਜਾਂਦੇ ਆ। ਉਹਨਾਂ ਨੂੰ ਪਤਾ ਲੱਗਾ ਤੁਸੀਂ ਕੀ ਆਖਿਆ ਜੀ। ਤੇ ਜਦੋਂ ਦੁਬਾਰਾ ਫਿਰ ਪੁੱਛੋ ਮੈਂ ਤੁਹਾਨੂੰ ਇੱਕ ਸਵਾਲ ਕੀਤਾ ਕਿ ਦੱਸੋ ਗੁਰੂ ਗ੍ਰੰਥ ਸਾਹਿਬ ਵਿੱਚ ਮੱਥਾ ਟੇਕਦੇ ਆ ਇਹ ਇੰਨਾ ਇੰਪੋਰਟੈਂਟ ਕਿਉਂ ਜਿਹਦੇ ਕਰਕੇ ਤੁਸੀਂ ਮੱਥਾ ਟੇਕਦੇ ਆ? ਤੇ ਫਿਰ ਵੀ ਤੁਹਾਨੂੰ ਕੋਈ ਤਸੱਲੀ ਬਖਸ਼ ਜਵਾਬ ਜਿਹੜਾ ਅੱਜ ਵੀ ਬਹੁਤੇ ਲੋਕ ਨਹੀਂ ਦੇ ਸਕਦੇ। ਠੀਕ। ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ। ਉਹਨਾਂ ਨੂੰ ਇਸ ਕਰਕੇ ਪਤਾ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਸਿਰਫ ਪੂਜਣ ਦਾ ਕਿ ਪੂਜਾ ਕਰਨ ਲਈ ਮੱਥਾ ਟੇਕ ਲਿਆ, ਇੱਥੇ ਤੱਕ ਹੀ ਸਾਡਾ ਗੁਰੂ ਦਾ ਰਿਸ਼ਤਾ ਹੈਗਾ। ਇਸ ਤੋਂ ਅਗਲਾ ਰਿਸ਼ਤੇ ਦਾ ਉਹਨਾਂ ਨੂੰ ਵਿਚਾਰਿਆਂ ਨੂੰ ਬਹੁਤਿਆਂ ਨੂੰ ਗਿਆਨ ਨਹੀਂ ਹੈਗਾ। ਠੀਕ। ਅੱਛਾ,
ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਆਪਾਂ ਇਸ ਤਰ੍ਹਾਂ ਪੜ੍ਹਦੇ ਹਾਂ ਕਿ ਗੁਰੂ ਮਾਨਿਓ ਗ੍ਰੰਥ, ਤੇ ਹਰ ਕੋਈ ਬੰਦਾ ਕਹਿੰਦਾ ਕਿ ਮੈਂ ਗੁਰੂ ਗ੍ਰੰਥ ਨੂੰ ਗੁਰੂ ਮੰਨਦਾ। ਠੀਕ। ਦੇਖੋ ਭਾਈ ਸਾਹਿਬ, ਮੰਨਣ ਵਾਲੇ ਤਾਂ ਬਹੁਤ ਨੇ, ਜਿਹੜੇ ਲੋਕੀ ਰੱਬ ਨੂੰ ਮੰਨਣ ਵਾਲੇ ਆ ਨਾ, ਉਹ ਤੇ ਦੁਨੀਆ ਤੇ ਬਹੁਤ ਹੈ। ਔਰ ਰੱਬ ਨੂੰ ਮੰਨਣ ਵਾਲੇ ਜਿਹੜੇ ਨਾ ਕਦੀ ਇੱਕ ਥਾਂ ਨਹੀਂ ਟਿਕਦੇ, ਉਹ ਹਰ ਇੱਕ ਨੂੰ ਮੰਨੀ ਜਾਂਦੇ ਆ। ਮੈਂ ਇਹਨੂੰ ਵੀ ਮੰਨਦਾ, ਮੈਂ ਇਹਨੂੰ ਵੀ ਮੰਨਦਾ, ਮੈਂ ਇਹਨੂੰ ਵੀ ਮੰਨਦਾ। ਠੀਕ ਹੈ। ਮੰਨਣ ਨਾਲ ਗੱਲ ਨਹੀਂ ਬਣਦੀ, ਗੁਰੂ ਨੂੰ ਜਾਣਨ ਨਾਲ ਗੱਲ ਬਣਨੀ ਆ, ਗੁਰੂ ਦੇ ਗਿਆਨ ਨਾਲ ਗੱਲ ਬਣਨੀ ਆ। ਜਦੋਂ ਤੁਸੀਂ ਮੰਨਣ ਤੋਂ ਉੱਪਰ ਉੱਠ ਕੇ ਜਾਣਨ ਲੱਗੇ ਗੁਰੂ ਨੂੰ, ਤਾਂ ਫਿਰ ਤੁਹਾਡੀ ਲਾਈਫ ਸਟਾਈਲ ਜਿਹੜੀ ਆ ਅੱਜ ਤੋਂ 20 ਸਾਲ ਨਹੀਂ ਬਦਲੀ, ਫਿਰ ਤੁਹਾਡੀ ਬਦਲਣੀ ਸ਼ੁਰੂ ਹੋ ਜਾਏਗੀ। ਠੀਕ ਹੈ। ਪਰ ਅਫਸੋਸ ਕਿ ਨਾ ਤਾਂ ਕੋਈ ਜਾਣਨ ਵਾਸਤੇ ਕੋਸ਼ਿਸ਼ ਕਰਦਾ, ਨਾ ਕੋਈ ਜਾਣਨ ਦਾ ਪੂਰਾ ਕੋਈ ਗਿਆਨ ਦਿੰਦਾ ਹੈਗਾ, ਜਿਹਦੇ ਕਾਰਨ ਕਰਕੇ ਲੋਕੀ ਉੱਥੇ ਦੇ ਉੱਥੇ ਬੈਠੇ ਨੇ। ਹੁਣ ਦੇਖੋ, ਮਨੁੱਖ ਨੂੰ ਅੱਜ ਤੋਂ 500 ਸਾਲ ਪਹਿਲਾਂ ਸਤਿਗੁਰੂ ਸਾਹਿਬਾਨ ਨੇ ਇੱਕ ਕਲੀਅਰਲੀ ਦੱਸ ਦਿੱਤਾ ਸੀਗਾ ਕਿ ਮਨੁੱਖ ਦਾ ਅਸਲੀ ਜ਼ਿੰਦਗੀ ਬਰਬਾਦ ਹੋਣ ਦਾ ਕਾਰਨ ਕੀ ਹੈ। ਉਹ ਹੈ ਹਉਮੈ। ਠੀਕ। ਔਰ ਹਉਮੈ ਦੀਰਘ ਲੋਗ ਹੈ, ਦਾਰੂ ਇਸ ਮਾਹੇ, ਕਿਰਪਾ ਕਰੀ ਜਿਸ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਹੁਣ ਇਹ ਜਦੋਂ ਅੱਜ ਤੋਂ 500 ਸਾਲ ਪਹਿਲਾਂ ਇਹ ਗੱਲ ਸਾਨੂੰ ਕਹੀ ਸੀ ਕਿ ਸਾਨੂੰ ਆਪਣੀ ਜ਼ਿੰਦਗੀ ਦੀ ਹਰ ਜੜ ਜਿਹੜੀ ਪ੍ਰੋਬਲਮਾਂ ਦੀ ਉਹ ਹਉਮੈ ਆ, ਤੇ ਹਉਮੈ ਨੂੰ ਦੂਰ ਕਰਨ ਲਈ ਸਤਿਗੁਰੂ ਜੀ ਨੇ ਕਿਹਾ ਕਿ ਗੁਰੂ ਦੇ ਸ਼ਬਦ ਦੀ ਕਮਾਈ ਕਰੋਗੇ, ਠੀਕ ਹੈ, ਤੇ ਤਾਂ ਤੁਹਾਡੀ ਹਉਮੈ ਜਿਹੜੀ ਆ ਉਹ ਦੂਰ ਹੋ ਸਕਦੀ ਹੈ। ਹੁਣ ਗੁਰੂ ਕੇ ਸ਼ਬਦ ਕੀ ਹੈ? ਗੁਰੂ ਕੇ ਬਚਨ, ਗੁਰੂ ਜੀ ਦੀ ਸਿੱਖਿਆ, ਗੁਰੂ ਜੀ ਦੇ ਦਿੱਤੇ ਹੋਏ ਉਪਦੇਸ਼। ਕਹਿੰਦੇ ਨੇ ਕਿ ਇਹਦੀ ਕਮਾਈ ਕਰ। ਕਮਾਈ ਕਿੱਦਾਂ ਹੋ ਸਕਦੀ ਹੈ? ਸੁਣ ਕੇ, ਸਮਝ ਕੇ, ਅਮਲ ਕਰਕੇ। ਜਦੋਂ ਤੁਸੀਂ ਕਮਾਈ ਕਰਦੇ ਆ ਤੇ ਤੁਹਾਡੀ ਲਾਈਫ ਜਿਹੜੀ ਜ਼ਿੰਦਗੀ ਹੈਗੀ ਆ, ਇੱਕ ਤਾਂ ਮੈਂ ਬੇਨਤੀ ਕਰਾਂਗਾ ਕਿ ਜ਼ਿੰਦਗੀ ਤੁਹਾਡੀ ਸੌਖੀ ਬਣੇਗੀ, ਇੱਕ ਅਮਲੀ ਬਣੇਗੀ, ਠੀਕ, ਔਰ ਤੀਜਾ ਤੁਹਾਨੂੰ ਇਸ ਜ਼ਿੰਦਗੀ ਵਿੱਚ ਬੜਾ ਆਨੰਦ ਤੇ ਮਜ਼ਾ ਆਏਗਾ। ਪਰ ਹੁਣ ਲੋਕੀ ਕੀ ਇਸ ਵਿੱਚੋਂ ਆਨੰਦ ਜਾਂ ਮਜ਼ਾ ਲੈਣਾ ਚਾਹੁੰਦੇ ਨੇ? ਵੇਖੋ, ਇਹ ਬਹੁਤ ਘੱਟ ਗਾਹਕ ਨੇ ਜਿਹੜੇ ਅਸਲੀ ਆਨੰਦ ਦੀ ਪ੍ਰਾਪਤੀ ਕਰਨੀ ਚਾਹੁੰਦੇ ਨੇ, ਠੀਕ ਹੈ, ਕਿਉਂਕਿ ਉਹ ਉਰਿਓਂ ਮੁੜ ਜਾਂਦੇ ਆ, ਉਹ ਅੱਗੇ ਨਹੀਂ ਜਾਂਦੇ। ਤੇ ਅੱਗੇ ਜੋ ਕੁਝ ਹੈਗਾ ਉਹ ਬੜਾ ਕੀਮਤੀ ਆ, ਪਰ ਜਦੋਂ ਤੁਸੀਂ ਅੱਗੇ ਜਾਣ ਦੀ ਬਜਾਏ ਪਿੱਛੋਂ ਮੁੜ ਕੇ ਆ ਜਾਂਦੇ ਆ, ਕਹਿ ਲਓ ਕਿ ਬਗਲੇ ਜਿਹੜੇ ਨਾ ਉਹ ਮੱਛੀਆਂ ਹੀ ਖਾਈ ਜਾਂਦੇ ਆ। ਉਹਨਾਂ ਨੇ ਅੱਜ ਤੱਕ ਮੋਤੀ ਨਹੀਂ ਵੇਖੇ, ਮੋਤੀ ਹੰਸਾਂ ਨੇ ਦੇਖੇ ਆ। ਹਾਂਸੀ ਟੁੱਬੀ ਲਾ ਕੇ ਥੱਲੇ ਮੋਤੀ ਲਿਆਉਂਦੇ ਆ ਔਰ ਮੋਤੀ ਖਾਂਦੇ ਆ। ਭਾਵ ਕਿ ਅਸੀਂ ਬਗਲੇ ਬਣ ਕੇ ਅਸੀਂ ਪਿੱਛੋਂ ਹੀ ਵਾਪਸ ਆ ਜਾਂਦੇ ਹਾਂ, ਅਸੀਂ ਚੱਕਰ ਵਿੱਚ ਹੀ ਰਹਿੰਦੇ ਹਾਂ। ਅਸੀਂ ਕੋਸ਼ਿਸ਼ ਨਹੀਂ ਕਰਦੇ ਕਿ ਹੰਸਾ ਹੀਰਾ ਮੋਤੀ ਚੁਗਣਾ ਤੇ ਬਗਲਾ ਡੱਡਾ ਭਾਲਣ ਜਾਵੇ। ਔਰ ਫਿਰ ਇਹ ਵੀ ਹੈਗਾ ਕਿ ਜਿਹੜੇ ਸਿੱਖ ਹੈਗੇ ਆ, ਅਸਲੀ ਸਿੱਖ, ਉਹਨਾਂ ਦਾ ਕੀ ਕੰਮ ਹੈਗਾ ਕਿ ਸਤਿਗੁਰੂ ਦੇ ਦਰਬਾਰ ਦੇ ਵਿੱਚ, ਸਤਿਗੁਰੂ ਦੇ ਜਿਹੜੇ ਗਿਆਨ ਦੇ ਵਿੱਚ ਕੀ ਹੈਗਾ ਕਿ ਇਸ ਗਿਆਨ ਦੇ ਵਿੱਚ ਸਾਨੂੰ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਔਰ ਫਿਰ ਗੁਰੂ ਦੇ ਗਿਆਨ ਦੇ ਵਿੱਚ ਹੀਰੇ ਮੋਤੀ, ਮਤ ਵਿੱਚ ਰਤਨ ਜਵਾਹਰ ਮਾਣਕ। ਕਿਆ ਬਾਤ ਹੈ, ਮਤ ਵਿੱਚ ਰਤਨ ਜਵਾਹਰ ਮਾਣਕ। ਮਤ ਕਿਹੜੀ ਹੈ? ਅਕਲ। ਮਤ ਅਕਲ ਕਿੱਥੋਂ ਪੈਦਾ ਹੁੰਦੀ? ਮਨ ਤੋਂ। ਗੁਰੂ ਜੀ ਕਹਿੰਦੇ ਨੇ ਕਿ ਐ ਸਿੱਖਾ, ਮਤ ਵਿੱਚ ਰਤਨ ਜਵਾਹਰ ਮਾਣਕ। ਤੂੰ ਆਪਣੇ ਮਤ ਨੂੰ ਮਨ ਰਾਹੀਂ ਹੀਰੇ ਜਵਾਹਰਾਂ ਦੇ ਨਾਲ ਇਹਨੂੰ ਬੜਾ ਡੈਕੋਰੇਟ ਕਰ ਸਕਦਾ, ਭਾਵ ਕਿ ਤੂੰ ਮਨ ਨੂੰ ਪਿਉਰੀਫਾਈ ਕਰ ਸਕਦਾ ਜੇ ਇੱਕ ਗੁਰੂ ਕੀ ਸਿੱਖ ਸੁਣੀ, ਜੇ ਇੱਕ ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕਰ ਲਵੇਂ। ਹੁਣ ਵੇਖਣਾ ਹੈ ਕਿ 500 ਸਾਲ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਆਪਣੀ ਮਤ ਨੂੰ ਹੀਰੇ ਜਵਾਹਰਾਤ ਨਾਲ ਜੜ ਲਿਆ, ਉਹਨਾਂ ਨੇ ਗੁਰੂ ਦੇ ਕੋਲੋਂ ਮਤ ਲੈ ਕੇ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਕਰ ਲਿਆ। ਜਿਨ੍ਹਾਂ ਦੀ ਅਸੀਂ ਰੋਜ਼ ਅਰਦਾਸ ਕਰਦੇ ਹਾਂ, ਉਹਨਾਂ ਦੀ ਅਰਦਾਸ ਇਸ ਕਰਕੇ ਕਰਦੇ ਹਾਂ ਕਿ ਅਸੀਂ ਉਹਨਾਂ ਦੇ ਪਾਏ ਹੋਏ ਪੁੰਨਿਆਂ ਤੇ ਜੋ ਕੁਝ ਉਹਨਾਂ ਨੇ ਪ੍ਰਾਪਤ ਕੀਤਾ, ਅਸੀਂ ਵੀ ਉਹਨਾਂ ਦੇ ਦਿੱਤੇ ਹੋਏ ਜਾਂ ਕੀ ਘਾਲਣਾ ਕੀਤੀ ਹੋਈ ਨੂੰ ਅਪਣਾ ਕੇ ਅਸੀਂ ਵੀ ਉਹ ਕੁਝ ਪ੍ਰਾਪਤ ਕਰ ਸਕਦੇ ਹਾਂ। ਇਸ ਕਰਕੇ ਸਾਨੂੰ ਅਰਦਾਸ ਹਮੇਸ਼ਾ ਹੌਸਲਾ ਦਿੰਦੀ ਆ ਕਿ ਤੂੰ ਵੀ ਇਸ ਸਾਰੀ ਗੱਡੀ ਦਾ ਬੈਲ ਬਣ ਜਾਂ ਮੁਸਾਫਰ ਬਣ, ਤਾਂ ਕਿ ਤੂੰ ਵੀ ਇਸ ਸਾਰੀ ਲਹਿਰ ਦੇ ਵਿੱਚ ਸ਼ਾਮਲ ਹੋ ਜਾ। ਹੁਣ ਉਸ ਲਹਿਰ ਵਿੱਚ ਸ਼ਾਮਲ ਹੋਣ ਲਈ ਹੀ ਸਾਨੂੰ ਗੁਰੂ ਮਿਲਿਆ, ਔਰ ਗੁਰੂ ਦੇ ਇਸ ਲਹਿਰ ਵਿੱਚ ਸ਼ਾਮਲ ਹੋਣ ਲਈ ਜਿਹੜਾ ਫਸਟ ਸਾਡਾ ਸਟੈਪ ਇਹ ਹੈਗਾ ਕਿ ਅਸੀਂ ਗੁਰੂ ਦੇ ਜਾ ਕੇ ਮੱਥਾ ਟੇਕਿਆ, ਭਾਵ ਕਿ ਅਸੀਂ ਗੁਰੂ ਦੀ 100% ਜਿਹੜੀ ਅਥਾਰਟੀ ਆ ਉਹਨੂੰ ਕਬੂਲ ਕੀਤਾ। ਠੀਕ ਹੈ, ਜਿਹੜਾ 100% ਤੁਸੀਂ ਕਿਸੇ ਨੂੰ ਕਬੂਲ ਕਰ ਲਵੋ ਨਾ, ਫਿਰ ਤੁਹਾਡਾ ਕਿਸੇ ਹੋਰ ਪਾਸੇ ਧਿਆਨ ਨਾ ਜਾਵੇ। ਠੀਕ, ਜਿਸ ਤਰ੍ਹਾਂ ਇਸਤਰੀ ਤੇ ਉਹ ਇਸਤਰੀ, ਉਹ ਪਤਨੀ ਖਾਸ ਇੱਕ ਅਹਿਮੀਅਤ ਰੱਖਦੀ ਆ ਜਿਹੜੀ ਹੋਰ ਕਿਸੇ ਵੱਲ ਝਾਕਦੀ ਨਹੀਂ।
ਜਿਹੜਾ ਸਿੱਖ ਵੀ ਹੈਗਾ, ਜਿਹੜਾ ਗੁਰੂ ਤੋਂ ਸਵਾਰ ਹੋ ਕਿਸੇ ਵੇਲੇ ਝਾਤੀਆਂ ਨਹੀਂ ਮਾਰਦਾ, ਉਹ ਅਸਲ ਵਿੱਚ ਉਹ ਸਿੱਖੀ ਦਾ ਉਪਦੇਸ਼ ਉਹੀ ਪ੍ਰਾਪਤ ਕਰ ਸਕਦਾ। ਹੁਣ ਇਹਦੇ ਕਰਨ ਵਾਸਤੇ ਅਸੀਂ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਸਭ ਸੰਗਤਾਂ ਨੂੰ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਕੁਝ ਲਿਖਿਆ ਉਹਦਾ ਇੱਕ ਸਾਰਾਂਸ਼ ਇੱਕ ਲਾਈਨ ਵਿੱਚ ਹੈਗਾ। ਉਹ ਇਹ ਹੈ ਕਿ ਮੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਾਹਿਗੁਰੂ ਜੀ ਦਾ ਗਿਆਨ ਹੈ ਤੇ ਉਸ ਨੂੰ ਪ੍ਰਾਪਤ ਕਰਨ ਦਾ ਰਸਤਾ ਹੈ। ਠੀਕ ਹੈ। ਹੁਣ ਕੀ ਐਸੇ ਤੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਗਿਆਨ ਲੈਣਾ, ਜਾਂ ਤੂੰ ਪੁੱਤ ਲੈਣੇ, ਜਾਂ ਤੂੰ ਘਰ-ਬਾਰ ਲੈਣਾ, ਜਾਂ ਤੂੰ ਇਮੀਗ੍ਰੇਸ਼ਨ ਲੈਣੀ, ਜਾਂ ਤੂੰ ਧਨ ਦੌਲਤ ਲੈਣਾ, ਜਾਂ ਤੂੰ ਆਪਣੀ ਵਾਹਵਾ ਲੈਣੀ, ਜਾਂ ਤੂੰ ਸੁੱਖ ਦੁਨੀਆ ਦੇ ਲੈਣੇ, ਜਾਂ ਤੂੰ ਆਪਣੀ ਜ਼ਿੰਦਗੀ ਵਿੱਚ ਗਿਆਨ ਪ੍ਰਾਪਤ ਕਰਨਾ। ਹੁਣ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਵਾਹਿਗੁਰੂ ਦਾ ਗਿਆਨ ਹੈ ਕਿ ਐਸਾ ਤੂੰ ਰੱਬ ਦਾ ਗਿਆਨ ਪ੍ਰਾਪਤ ਕਰਨਾ ਹੈ। ਰੱਬ ਦਾ ਗਿਆਨ ਤਾਂ ਹੀ ਪ੍ਰਾਪਤ ਹੋਗੇ ਤੇ ਜੇ ਤੈਨੂੰ ਆਪਣਾ ਗਿਆਨ ਹੋ ਜਾਵੇ। ਬਿਲਕੁਲ ਜੀ। ਸੋ ਉਹ ਰੱਬ ਦਾ ਗਿਆਨ ਲੈਣ ਵਾਸਤੇ ਤੁਹਾਨੂੰ ਪਹਿਲਾਂ ਆਪਣਾ ਗਿਆਨ ਕਰਨਾ ਪਏਗਾ। ਇਹੀ ਗੁਰੂ ਗ੍ਰੰਥ ਸਾਹਿਬ ਸਿਖਾਉਂਦੇ ਨੇ। ਛੋਟੀ ਜਿਹੀ ਬ੍ਰੇਕ ਲੈਣੇ ਜੀ, ਵਾਪਸ ਆਣੇ ਕਿ ਇਹ ਆਪਣਾ ਗਿਆਨ ਕਿਵੇਂ ਲਿਆ ਜਾਏ ਅੱਜ ਦੇ ਸਮਾਜ ਵਿੱਚ ਜਿੱਥੇ ਇੰਨੀ ਭੱਜ ਦੌੜ ਲੱਗੀ ਹੋਈ ਹੈ। ਆਪਣੇ ਬਾਰੇ ਤਾਂ ਕੋਈ ਸਮਾਂ ਹੀ ਨਹੀਂ ਕੱਢਦਾ, ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ, ਇਸ ਬਾਰੇ ਜਾਣਕਾਰੀ ਲੈਣੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਠੀਕ ਹੈ ਜੀ। ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ? ਸਮਝ ਨਹੀਂ ਆਉਂਦਾ ਕੀ ਕਰੋ? ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ। ਜੇ ਤੁਸੀਂ ਇਸ ਮੁਸ਼ਕਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਅਸੀਂ ਤੁਹਾਡੇ ਕਰਜ਼ੇ ਨੂੰ ਵੱਧ ਤੋਂ ਵੱਧ ਘਟਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ। ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। 186679088984 ਬਿਜ਼ਨਸ ਸੋਲੂਸ਼ਨਜ਼, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ। ਗਿਆਨੀ ਸਵਰਨ ਸਿੰਘ ਜੀ ਸਾਡੇ ਨਾਲ ਸਾਂਝ ਪਾ ਰਹੇ ਨੇ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਦੇ ਉੱਤੇ ਕਿ ਜਿਸ ਨੂੰ ਅਸੀਂ ਆਪਣਾ ਗੁਰੂ ਮੰਨਦੇ ਹਾਂ ਉਸ ਦੇ ਅੱਗੇ ਅਸੀਂ ਮੱਥੇ ਤਾਂ ਟੇਕ ਰਹੇ ਹਾਂ, ਪਰ ਇਹ ਮੱਥੇ ਟੇਕ ਕੇ ਕੀ ਜੋ ਸਾਨੂੰ ਗਿਆਨ ਸਾਨੂੰ ਗ੍ਰਹਿਣ ਕਰਨਾ ਚਾਹੀਦਾ ਸੀ ਉਹ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ? ਕਿਵੇਂ ਆਪਣੇ ਆਪ ਦੀ ਪਹਿਚਾਣ ਕਰਕੇ ਗੁਰੂ ਨਾਲ ਜੁੜਨਾ ਹੈ, ਆਓ ਇਸ ਬਾਰੇ ਜਾਣਕਾਰੀ ਲੈਣੇ ਗਿਆਨੀ ਸਵਰਨ ਸਿੰਘ ਜੀ ਤੋਂ। ਜੀ ਗਿਆਨੀ ਜੀ, ਅਸੀਂ ਵਿਚਾਰੇ ਕਰ ਰਹੇ ਸੀ ਵੀ ਗੁਰੂ ਮਾਨਿਓ ਗ੍ਰੰਥ ਪੰਜਾਬੀ ਵਿੱਚ ਤਾਂ ਲੋਕਾਂ ਨੇ ਸਮਝ ਲਿਆ ਪਏ ਅਸੀਂ ਗੁਰੂ ਨੂੰ ਮੰਨਦੇ ਆ। ਜੇ ਕਿਸੇ ਨੂੰ ਪੁੱਛੇ ਵੀ ਤੁਸੀਂ ਕਿਸ ਤਰ੍ਹਾਂ ਮੰਨਦੇ ਆ, ਦੇਖੋ ਜੀ ਸਾਡੇ ਲੜਕਾ ਜੰਮਿਆ ਸੀ ਅਸੀਂ ਨਾਂ ਰਖਾਉਣ ਗਏ, ਠੀਕ, ਅਸੀਂ ਘਰ ਲਿਆ ਸੀ, ਅਸੀਂ ਖੰਡ ਪਾਠ ਕਰਾਇਆ ਸੀ, ਪਰ ਮਗਰੋਂ ਸ਼ਰਾਬ ਵੀ ਪਿਲਾਈ ਸੀ। ਅਸੀਂ ਇਸ ਕਰਕੇ ਗੁਰੂ ਨੂੰ ਮੰਨਦੇ ਆ ਕਿ ਉਹਨਾਂ ਦਾ ਖੰਡ ਪਾਠ ਕਰਾਤਾ। ਠੀਕ, ਫਿਰ ਉਸ ਤੋਂ ਬਾਅਦ ਅਸੀਂ ਗੁਰੂ ਨੂੰ ਮੰਨਦੇ ਹਾਂ। ਜਦੋਂ ਸਾਡੇ ਲੜਕੇ ਦਾ ਵਿਆਹ ਹੋਇਆ ਸੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਜਾ ਕੇ ਫੇਰੇ ਦਵਾਏ ਉਹਨਾਂ ਦੀ, ਬਹੁਤ ਵਧੀਆ ਗੱਲ ਹੈ। ਫਿਰ ਉਸ ਤੋਂ ਬਾਅਦ ਹਾਂਜੀ ਹੋਰ ਅਸੀਂ ਗੁਰੂ, ਦੇਖੋ ਜੀ ਸਾਡੇ ਬਜ਼ੁਰਗ ਗੁਜ਼ਰ ਗਏ ਸੀ, ਅਸੀਂ ਉਹਨਾਂ ਦਾ ਖੰਡ ਪਾਠ ਕਰਾਤਾ। ਬਹੁਤੇ ਲੋਕ ਆਪਣੇ ਜੀਵਨ ਦਾ ਜਨਮ ਤੋਂ ਲੈ ਕੇ ਮਰਨ ਤੱਕ ਸੰਸਾਰਕ ਜੀਵਨ ਦੇ ਨਾਲ ਸੰਬੰਧਿਤ ਜੋ ਕੁਝ ਸਾਨੂੰ ਸੰਸਾਰ ਵਿੱਚ ਰਸਮਾਂ ਕਰਨੀਆਂ ਪੈਂਦੀਆਂ ਉਹ ਰਸਮਾਂ ਪੂਰੀਆਂ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਆ। ਠੀਕ, ਲੇਕਿਨ ਕੀ ਗੁਰੂ ਗ੍ਰੰਥ ਸਾਹਿਬ ਰਸਮਾਂ ਵਾਸਤੇ ਬਣਾਇਆ ਸੀ ਜਾਂ ਰਸਮੀ ਤੌਰ ਤੇ ਤੁਹਾਡਾ ਗੁਰੂ ਹੈ? ਤਾਂ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਮਾਨਿਓ ਦੇ ਅਰਥ ਅੰਗਰੇਜ਼ੀ ਵਿੱਚ ਕੀ ਹੈ, ਉਹ ਮੈਂ ਦੇਖ ਕੇ ਜਾਂ ਸਮਝ ਕੇ ਮੈਂ ਥੋੜਾ ਜਿਹਾ ਵਿਚਾਰ ਵਿੱਚ ਪੈ ਗਿਆ। ਗੁਰੂ ਮਾਨਿਓ ਗ੍ਰੰਥ ਨੇ ਇਫ ਯੂ ਰੈਕੋਗਨਾਈਜ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਐਜ਼ ਯੋਰ ਗੁਰੂ। ਸੋ ਭਾਈ ਸਾਹਿਬ ਰੈਕੋਗਨਾਈਜ਼ ਦਾ ਸ਼ਬਦ ਤੁਸੀਂ ਸਮਝਦੇ ਆ, ਜੇ ਤੁਸੀਂ ਆਪਣੇ ਗੁਰੂ ਨੂੰ ਪਛਾਣਦੇ ਆ। ਠੀਕ, ਹੁਣ ਜਿਸ ਨੇ ਵੀ ਗੁਰੂ ਨੂੰ ਪਛਾਣਿਆ, ਐਗਜ਼ਾਮਪਲ ਲਈ ਜੋ ਜਿੰਨੀ ਮਰਜ਼ੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ, ਜਿਸ ਨੇ ਵੀ ਗੁਰੂ ਨੂੰ ਪਛਾਣਿਆ ਉਹ ਮਹਾਨ ਮਨੁੱਖ ਹੋ ਗਿਆ। ਔਰ ਅੱਜ ਵੀ ਜਿਸ ਵੀ ਸਿੱਖ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਹੀ ਮਾਇਨਿਆਂ 'ਚ ਪਛਾਣਿਆ ਉਹ ਸਿੱਖ ਇੱਕ ਆਰਡੀਨਰੀ ਨਹੀਂ ਰਿਹਾ, ਇੱਕ ਮਹਾਨ ਸਿੱਖ ਬਣ ਗਿਆ। ਚਲੋ ਆਪਾਂ ਮੋਟੀ ਐਗਜ਼ਾਮਪਲ ਲੈਂਦੇ ਹਾਂ। ਭਾਈ ਰਣਧੀਰ ਸਿੰਘ ਨਹੀਂ ਸੀਗੇ, 22 ਸਾਲ ਜੇਲ੍ਹ 'ਚ ਰਹੇ, ਉਹਨਾਂ ਨੂੰ ਜੰਜੀਰਾਂ ਪਾਈਆਂ ਹੋਈਆਂ ਸੀ ਜੀ। ਹੁਣ 20-21 ਸਾਲ ਜੇਲ੍ਹ ਵਿੱਚ ਰਹਿਣਾ ਜੰਜੀਰਾਂ ਦੇ ਨਾਲ, ਤੇ ਉਹਨਾਂ ਨੂੰ ਰਤਾ ਵੀ ਰਿਲੈਕਸੇਸ਼ਨ ਨਹੀਂ ਸੀ, ਤੇ ਉਹ ਸਿਰਫ ਇਸ ਆਸਰੇ ਸੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਸੀ ਔਰ ਉਹਦੀ ਟੇਕ ਵਿੱਚ ਹੀ ਲੈਂਦੇ ਸੀ। ਇਸੇ ਤਰੀਕੇ ਨਾਲ ਹੋਰ ਅਨੇਕਾਂ ਸਾਡੇ ਸਿੱਖ ਅੰਗਰੇਜ਼ਾਂ ਵੇਲੇ ਵੀ ਕੈਦ ਵਿੱਚ ਵੀ ਰਹੇ, ਸ਼ਹੀਦ ਵੀ ਹੋਏ, ਔਰ ਉਹਨਾਂ ਨੇ ਸਿਰਫ ਟੇਕ ਰੱਖੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਹੁਣ ਇੱਥੇ ਲੈ ਲਓ, ਬਬਰਾਂ ਦੀ ਲਹਿਰ ਵਿੱਚ, ਗਦਰਾਂ ਦੇ ਬਾਬੇ ਦੀ ਲਹਿਰ ਵਿੱਚ, ਭਾਵੇਂ ਉਹਨਾਂ ਨੂੰ ਅਸੀਂ ਕਮਿਊਨਿਸਟਾਂ ਦਾ ਰੰਗ ਦੇ ਦਿੱਤਾ, ਲੇਕਿਨ ਉਹਨਾਂ ਦੀ ਟੇਕ ਕੇਵਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੀ, ਜਿਸ ਨੂੰ ਕਿ ਉਹ ਰੈਕੋਗਨਾਈਜ਼ ਕਰਦੇ ਸੀ ਕਿ ਸਾਡਾ ਰਹਿਬਰ, ਸਾਡਾ ਗਾਈਡ ਦੇਣ ਵਾਲਾ, ਸਾਨੂੰ ਗਾਈਡੈਂਸ ਦੇਣ ਵਾਲਾ, ਰਹਿਨਮਾਈ ਕਰਨ ਵਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ। ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਰਹਿਨਮਾ ਆ। ਰਹਿਨਮਾ ਤੁਸੀਂ ਸਮਝਦੇ ਆ ਕਿ ਸਾਨੂੰ ਗਾਈਡ
ਕਰਦੇ ਹੈਗੇ ਠੀਕ ਹੈ, ਮੈਂਟਲੀ, ਫਿਜ਼ੀਕਲੀ, ਸਪਿਰਿਚੁਅਲੀ ਐਂਡ ਵਰਲਡਲੀ। ਸੋ ਇਸ ਕਰਕੇ ਜਿਹੜੇ ਲੋਕਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੈਕੋਗਨਾਈਜ਼ ਕੀਤਾ ਐਜ਼ ਗੁਰੂ, ਤੇ ਗੁਰੂ ਫਿਰ ਸਰਬ ਸ਼ਕਤੀਮਾਨ ਜੀ, ਸਰਬ ਗਿਆਤਾ, ਭਾਵ ਕਿ ਉਹਨੂੰ ਸਾਰਾ ਨੌਲੇਜ ਉਹਦੇ ਵਿੱਚ, ਜੀ ਜੀ, ਸਾਰਾ ਗਿਆਨ ਉਹਦੇ ਵਿੱਚ ਹੈ, ਔਰ ਤੁਹਾਡਾ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਨ ਵਾਲਾ ਉਹਦੇ ਵਿੱਚ ਗਿਆਨ ਦਾ ਭੰਡਾਰਾ ਭਰਿਆ ਪਿਆ। ਠੀਕ। ਹੁਣ ਉਹਨੂੰ ਇਕੱਲੇ ਮੱਥਾ ਟੇਕ ਕੇ ਤੁਸੀਂ ਆ ਜਾਓ, ਤੇ ਉਹ ਮੱਥਾ ਟੇਕ ਕੇ ਕੜਾਹ ਪ੍ਰਸ਼ਾਦ ਲੈ ਕੇ ਲੰਗਰ ਛਕ ਕੇ ਚਲੇ ਜਾਓ। ਇਹ ਤੁਸੀਂ ਭਾਵੇਂ 20 ਸਾਲ ਚਲੇ ਜਾਓ, 100 ਸਾਲ ਚਲੇ ਜਾਓ, ਲੇਕਿਨ ਤੁਹਾਡੇ ਪੱਲੇ ਤਾਂ ਕੁਝ ਨਹੀਂ ਪਿਆ। ਪੱਲੇ ਤਾਂ ਉਸੇ ਦਿਨ ਹੀ ਪੈਣਾ ਜਦੋਂ ਅਸੀਂ ਗਿਆਨ ਦੇ ਭੰਡਾਰੇ ਨੂੰ ਫੁੱਲਾਂਗੇ। ਉਹ ਉਹੀ ਫੁੱਲੇਗਾ ਜਿਹਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਮਝਿਆ ਹੈ, ਭਾਵ ਕਿ ਪਛਾਣਿਆ ਹੈ। ਸੋ ਮੈਂ ਤਾਂ ਕਹਿੰਦਾ ਗੁਰੂ ਮਾਨਿਓ ਗ੍ਰੰਥ, ਕਿਉਂ ਕਹਿੰਦੇ ਜਿਹਨੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਹੁਣ ਪਹਿਲਾਂ ਦੇਖਣਾ ਗੁਰਾਂ ਦੀ ਦੇਹ ਕਿਹੜੀ ਆ, ਗੁਰਾਂ ਦੀ ਦੇਹ ਬਾਡੀ ਨਹੀਂ ਸੀ, ਪ੍ਰਗਟ ਗੁਰਾਂ ਕੀ ਦੇ। ਇਹ ਜਿਹੜੀ ਗੁਪਤ ਤੌਰ ਦੇ ਉੱਤੇ ਗੁਰੂ ਦੀ ਦੇਹ ਸੀ, ਉਹ ਕਿਸੇ ਗੁਰੂ ਦੀ ਆਤਮਾ, ਗੁਰੂ ਦਾ ਗਿਆਨ। ਵੇਖੋ ਕਮਾਲ ਦਾ ਸ਼ਬਦ ਹੈ, ਪ੍ਰਗਟ ਗੁਰਾਂ ਕੀ ਦੇ। ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂਆਂ ਦੀ ਜਿਹੜਾ ਗਿਆਨ ਦਾ ਭੰਡਾਰਾ ਸੀ, ਉਹ ਗੁਪਤ ਤੌਰ ਦੇ ਉੱਤੇ ਪ੍ਰਗਟ ਹੋਇਆ। ਬਾਬੇ ਨਾਨਕ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਵੇਲੇ ਗੁਰਬਾਣੀ ਦੇ ਰੂਪ ਵਿੱਚ ਉਹ ਸਾਡਾ ਅੰਦਰ ਜਿਹੜਾ ਗੁਪਤ ਸੀ ਉਹ ਸਾਰਾ ਪ੍ਰਗਟ ਹੋ ਗਿਆ। ਗੁਰਾਂ ਦੀ ਦੇਹ ਬਾਹਰ ਆਈ, ਇਨ ਫਿਜ਼ੀਕਲ ਫਾਰਮ, ਇਨ ਦਾ ਲੈਂਗੁਏਜ ਫਾਰਮ, ਇਨ ਦਾ ਨੌਲੇਜ ਫਾਰਮ ਆਫ ਦਾ ਨੌਲੇਜ। ਹੁਣ ਜਿਹੜਾ ਨੌਲੇਜ ਜਿਹੜਾ ਗੁਰੂ ਪਾਸੋਂ ਸਾਨੂੰ ਪ੍ਰਾਪਤ ਹੋਇਆ, ਇਹ ਕੋਈ ਮਾਮੂਲੀ ਗਿਆਨ ਨਹੀਂ ਹੈ, ਬਿਲਕੁਲ, ਕਿਉਂਕਿ ਇਹ 100% ਸੱਚ ਹੈਗਾ। ਹੁਣ 100% ਸੱਚ ਨਾਲ ਸੱਚ ਦੀ ਪੂਜਾ ਕਰੀ ਜਾਣੀ, ਪਰ ਸੱਚ ਨੂੰ ਮੰਨਣਾ ਨਾ, ਸੱਚ ਨੂੰ ਅਪਣਾਉਣਾ ਨਾ, ਇਹ ਕਿੱਡੀ ਵੱਡੀ ਭੁੱਲ ਹੈ। ਗੁਰੂ ਜੀ ਨੇ ਕਿਹਾ ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਤੋਏ, ਨਾਨਕ ਬਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਜਦ ਤੱਕ ਸਾਡੇ ਪੱਲੇ ਸੱਚ ਨਹੀਂ ਪੈਂਦਾ, ਅਸੀਂ ਅੱਧੋ ਗਤੀਆਂ 'ਚ ਫਿਸੇ ਰਹਾਂਗੇ। ਮਾਫ ਕਰਨਾ, 300 ਸਾਲ ਤੋਂ ਬਾਅਦ ਵੀ ਸਾਡੀ ਕੌਮ ਉਸੇ ਤਰ੍ਹਾਂ ਬਿਮਾਰ ਹੈ। ਇਸ ਵਿੱਚ ਪੰਜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਘਟਣ ਦੀ ਬਜਾਏ ਵੱਧਦੇ ਜਾ ਰਹੇ ਨੇ, ਔਰ ਫਿਰ ਇਹਨਾਂ ਨੇ ਹਉਮੈ ਤੇ ਹੰਕਾਰ ਦਿਨੋਂ ਦਿਨ ਹਰ ਘੜੀ, ਹਰ ਪਲ, ਹਰ ਥਾਂ ਤੇ ਮਨੁੱਖੀ ਅੱਜ ਕੱਲ੍ਹ ਤੇ ਪਦਾਰਥਵਾਦ ਵਿੱਚ ਵੱਧਦਾ ਜਾ ਰਿਹਾ। ਕਰੋਨਾ ਤਾਂ ਅਸੀਂ ਇਲਾਜ ਸੀ ਗੁਰੂ ਪਾਸੋਂ, ਪਰ ਅਸੀਂ ਇਲਾਜ ਕਰਨ ਦੀ ਬਜਾਏ ਅਸੀਂ ਉੱਥੋਂ ਆਪਣੀਆਂ ਬਿਮਾਰੀਆਂ ਉੱਦਾਂ ਹੀ ਲੈ ਕੇ ਘਰ ਨੂੰ ਆ ਗਏ, ਔਰ ਬਿਮਾਰੀਆਂ ਸਾਡੀਆਂ ਘਟਣ ਦੀ ਬਜਾਏ ਉਹ ਵਧਣੀਆਂ ਸ਼ੁਰੂ ਹੋ ਗਈਆਂ। ਦੂਜੀ ਤੁਸੀਂ ਸਵਾਲ ਕੀਤਾ ਸੀਗਾ ਆਪਣੇ ਆਪ ਦੀ ਪਛਾਣ। ਦੇਖੋ ਤੁਸੀਂ ਬਾਹਰ ਕੰਮ ਕਰੀ ਜਾਓ, ਪੈਸਾ ਕਮਾਈ ਜਾਓ, ਧਨ ਦੌਲਤ ਬਾਹਰ ਬੜੇ ਬਣਾਈ ਜਾਓ, ਬਾਹਰ ਬਿਜ਼ਨਸ ਸ਼ੁਰੂ ਕਰੋ, ਪਰ ਘਰ ਦੀ ਸਫਾਈ ਨਾ ਕਰੋ। ਘਰ 'ਚ ਕੂੜਾ ਪਾਈ ਜਾਓ, ਘਰ 'ਚ ਗੰਦ ਪਾਈ ਜਾਓ, ਤੇ ਤੁਹਾਡੇ ਘਰ ਹੋਵੇਗਾ ਇੱਕ ਦਿਨ ਮੁਸ਼ਕ ਆਉਣਾ ਸ਼ੁਰੂ ਹੋ ਜਾਏਗਾ, ਬਦਬੂ ਆਉਣੀ ਸ਼ੁਰੂ ਹੋ ਜਾਏਗੀ, ਕੂੜਾ ਕਰਕਟ ਵੱਧ ਜਾਏਗਾ। ਇਸੇ ਤਰੀਕੇ ਦੇ ਨਾਲ ਮਨੁੱਖ ਨੇ ਇੱਥੋਂ ਗਿਆਨ ਪ੍ਰਾਪਤ ਕਰਕੇ ਪਹਿਲਾਂ ਤਾਂ ਆਪਣੇ ਆਪ ਦਾ ਗਿਆਨ ਪ੍ਰਾਪਤ ਕਰਨਾ ਸੀ। ਇਹ ਸਭ ਤੋਂ ਵੱਡਾ ਮਿਸ਼ਨ ਸੀ ਗੁਰੂ ਸਾਹਿਬਾਨ ਦਾ, ਕਿ ਮਨੁੱਖ ਆਪਣੇ ਆਪ ਦੀ ਪਛਾਣ ਕਰ ਸਕੇ। ਜਦੋਂ ਤੁਸੀਂ ਆਪਣੇ ਆਪ ਦੀ ਪਛਾਣ ਕੀਤੀ, ਤੁਹਾਨੂੰ ਫਿਰ ਹੈਰਾਨੀ ਹੋਏਗੀ ਕਿ ਹੈ ਮੈਂ ਤਾਂ ਕੁਝ ਹੋਰ ਹੀ ਸਮਝਦਾ ਸੀ, ਮੈਂ ਤਾਂ ਆਪਣੇ ਆਪ ਨੂੰ ਹਰਪ੍ਰੀਤ ਸਿੰਘ ਹੀ ਸਮਝਦਾ ਸੀ, ਪਰ ਤੁਹਾਨੂੰ ਪਤਾ ਲੱਗਾ ਵੀ ਇਹ ਤਾਂ ਐਵੇਂ ਇੱਕ ਇਲੂਜਨ ਹੈ। ਜੋ ਕੁਝ ਮੈਂ ਸਮਝਦਾ ਸਾਰਾ ਇਲੂਜਨ ਹੈ, ਰਿਐਲਿਟੀ ਨਹੀਂ। ਰਿਐਲਿਟੀ ਤਾਂ ਮੇਰਾ ਸਤਿਗੁਰੂ ਕੁਝ ਹੋਰ ਕਹਿੰਦਾ। ਉਹ ਕਹਿੰਦਾ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਕਦੀ ਨਹੀਂ ਸੋਚਿਆ ਐ ਸਿੱਖ, ਜਦੋਂ ਤੂੰ ਇਹ ਸੋਚੇਗਾ ਤੇ ਸਤਿਗੁਰੂ ਤੈਨੂੰ ਕਹਿੰਦੇ ਪਛਾਣ ਤੂੰ ਕੌਣ ਹੈ, ਕਿ ਤੂੰ ਕੌਣ ਹੈ, ਕਿ ਤੇਰੇ ਅੰਦਰ ਜੋਤ ਰੱਖੀ ਸੀ ਤਾਂ ਤੂੰ ਆਇਆ। ਇਹਦਾ ਮਤਲਬ ਇਹ ਹੈ ਕਿ ਤੂੰ ਸਰੀਰ ਨਹੀਂ ਹੈ, ਤੂੰ ਆਤਮਾ ਹੈ, ਔਰ ਆਤਮਾ ਤੇਰੇ ਕੰਟਰੋਲ 'ਚ ਨਹੀਂ ਹੈਗੀ ਆ। ਕਿਉਂਕਿ ਦੇਖੋ ਰੱਬ ਤੇ ਬੰਦੇ 'ਚ ਕੀ ਫਰਕ ਹੈ। ਬੰਦਾ ਰੱਬ ਜਿਹੜਾ ਬੰਦੇ ਨੂੰ ਬਣਾ ਸਕਦਾ, ਪਰ ਬੰਦਾ ਰੱਬ ਨੂੰ ਨਹੀਂ ਬਣਾ ਸਕਦਾ। ਇਹ ਫਰਕ ਹੈ। ओरिजिनली कोई फर्क नहीं साडा ते ओदा कोई एक बुलबुला पानी दा राइट ते एक समुंदर देखिया बुलबुला वखरा लगदा पर हुंदा ओदा हिस्सा है। पहली तो गल ये है। दूजी गल ये है कि असीं अपने अपने दी पछाण जे किसी सिख ने करनी होवे, मैं हाथ जोड़ के बेनती करदा, पहली बार अज तुसीं पढ़िओ मूल मंत्र, सोच सोच के पढ़िओ, ध्यान दे नाल पढ़िओ, गौर दे नाल पढ़िओ, डुंगाई विच जाओ। ये सतगुरु जी ने तेरी तस्वीर बनाई है, ये तेरी तस्वीर बनाई है। रब की तस्वीर खिंच के उतों लिया के तेरी तस्वीर नूं मैच किया और मैच करके वेख्या कि रब की तस्वीर ते तेरी तस्वीर विच
कोई अंतर नहीं है। तो जे तू समझे वो एक है ओंकार तो तुम भी एक चो ही है। जे वो सच है तो तेरे अंदर भी सच मौजूद है जी। जे वो करता पुरख है तेरे अंदर क्रिएटर शक्ति हैगी है, क्रिएटर फोर्स हैगी है। जे वो निरभव हैगा रब जेदा तू हिस्सा आ तो तेरे अंदर भी निरभैता ऑलरेडी हैगी। आत्मा तेरी डरदी नहीं किसी तो भी, ना मरदी है। निर्वैर जे रब हैगा तो तू भी उस रब की पूजा कर करके तेन समझना कि मैं भी एक दिन निर्वैर बनना है। अकाल जे रब अकाल है, काल तो परे है, तो पे तू किदा है? तेरी आत्मा भी ना अकाल ने बनाई ते ना अकाल ने मारनी है, ना वड्डी होनी है। इस करके तेरी आत्मा मैं तो कहना कि रब सब तो वड्डा ते रब दा एक छोटा जिहा बच्चा। फर्क दोनों च कोई नहीं, प्यो ते पुत्त च कोई फर्क नहीं हुंदा। ते अजूनी जे रब जूना च नहीं होता तेरी आत्मा भी जूना च नहीं होती। पर यह ज्ञान जे तैनू इथों गुरु कोलों मिल जाए तो माफ करना ये सब गुरु की बख्शिश रह गई जिन्हें गुरु प्रसाद कहने हैं। ये है साडी पछाण कि असी अपनी पछाण यही करिए कि मन तू जोड़ स्वरूप है, अपना मूल पछाण मन हर जी तेरे नाल है, गुरमती रंग मान। देखो कितनी सोहनी विज्ञानिक गल है कि पहला तो यह समझ कि मन ते आत्मा लागे लागे रहिंदे आ। ठीक सिर्फ तू कंध खड़ी कीती विच जिहदे करके तू रब तो ओले हो गया। रब नहीं ते तो ओले होया, रब तो ओले होके तू मन मर्जी कर ला पिया। ते कहंदे ने कि अपना मूल पछाण, पर कहंदे मन याद रख फिर भी रब तेरे नाल है, मन हर जी तेरे नाल है। गुरमती गुरु दी मत लैके तू फिर गुरु दे रंग दा, गुरु दे ज्ञान दा रंग मान, ताकि तू एक अज्ञानी मनुख ना रहे, तैनू अपने जीवन दा ज्ञान प्राप्त हो जाए जिहदे नाल तेरी सोच बदल जाएगी। ठीक। और देखो पशु बिरती तो मनुख ने फ्रॉम द एनिमल एटीट्यूड वी हैव टू टेक आवर माइंड टू द ह्यूमन एटीट्यूड। Right. And from the human attitude, we have to change it up to God's attitude. And when we change our mind to the God's attitude, the difference between God and the Atma is totally finished. Right. So इस अवस्था में जान ले ऐसी श्री गुरु ग्रंथ साहिब पासों असी शिक्षा लैनी, अमल करना उत्ते, ਉਹਦੇ ਨਾਲ ਆਪਣਾ ਜੀਵਨ ਪੱਧਰ ਜਿਹੜਾ ਹੈਗਾ ਮਨੁੱਖੀ ਜੀਵਨ ਤੋਂ ਅਸੀਂ ਰੱਬੀ ਜੀਵਨ ਵਿੱਚ ਤਬਦੀਲ ਕਰਦੇ। ਸੋ ਆਪਣੇ ਆਪ ਨੂੰ ਉੱਚਾ ਚੁੱਕਣਾ, ਆਪਣੀ ਸੋਚ ਨੂੰ ਉੱਚਾ ਚੁੱਕਣਾ ਤੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਜਦੋਂ ਅਸੀਂ ਤੁਰਨਾ ਸ਼ੁਰੂ ਕਰ ਦਾਂਗੇ ਤਾਂ ਫਿਰ ਸਾਨੂੰ ਆਪਣੀ ਪਹਿਚਾਣ ਸ਼ੁਰੂ ਹੋ ਜਾਏਗੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਗਲੇ ਹਫਤੇ ਅਗਲੇ ਇਸ਼ੂ ਨੂੰ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 6046037555। ਭਾਈ ਸਾਹਿਬ ਨਾਲ ਕੀਤੀ ਗਈਆਂ ਪਹਿਲਾਂ ਇੰਟਰਵਿਊਜ਼ ਜਿਹੜੀਆਂ ਨੇ ਉਹ ਤੁਸੀਂ youtube.com/ਹਰਪ੍ਰੀਤ ਸਿੰਘ ਸ਼ੋਅ 'ਤੇ ਜਾ ਕੇ ਦੇਖ ਸਕਦੇ ਹੋ। ਕੋਈ ਤੁਹਾਡੇ ਕੋਲ ਸਵਾਲ ਹੋਏ ਤਾਂ ਸਾਡੇ ਤੱਕ ਜ਼ਰੂਰ ਸੰਪਰਕ ਕਰਨਾ ਤਾਂ ਕਿ ਅਸੀਂ ਜਦੋਂ ਭਾਈ ਸਾਹਿਬ ਆਉਣ ਤਾਂ ਉਹਨਾਂ ਤੋਂ ਪੁੱਛ ਕੇ ਤੁਹਾਡੇ ਤੱਕ ਵਾਪਸ ਹਾਜ਼ਰ ਹੋ ਸਕੀਏ। ਇੱਥੇ ਹੀ ਕਰਨ ਦਾ ਪ੍ਰੋਗਰਾਮ ਦੀ ਸਮਾਪਤੀ ਜੀ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।